रसूल हमजा तोफ दी पुस्तक मेरा दागिस्तान दा अंग है जमालुद्दीन दा गीत भाग 2। दागिस्तान ਨੂੰ ਬਚਾਉਣ ਲਈ ਵੀ ਗੀਤ ਦੀ ਜ਼ਰੂਰਤ ਸੀ, ਪਰ ਭਲਾ ਸਾਰਿਆਂ ਨੇ ਉਹਨੂੰ ਉਸੇ ਤਰ੍ਹਾਂ ਸਮਝ ਲੈਣਾ ਸੀ ਜਿਵੇਂ ਉਸ ਅਫਸਰ ਨੇ ਸਮਝਿਆ ਸੀ। ਤੇ ਕੌਣ ਸੀ ਉਹ ਫੌਜੀ ਅਫਸਰ? ਭਲਾ ਲੈਫਟੀਨੈਂਟ ਲੇਰ ਮੋਰਨਤੋਵ ਤਾਂ ਨਹੀਂ? ਉਹਨੇ ਵੀ ਤਾਂ ਵਾਲੇਰਿਕ ਦੀ ਲੜਾਈ 'ਚ ਹਿੱਸਾ ਲਿਆ ਸੀ। ਇੱਕ ਹੋਰ ਘਟਨਾ ਪੇਸ਼ ਹੈ। ਤਮੀਰ ਖਾਨ ਸ਼ੂਰਾ ਉੱਤੇ ਕਾਮਯਾਬੀ ਨਾਲ ਧਾਵਾ ਬੋਲਣ ਤੋਂ ਮਗਰੋਂ ਹਾਜ਼ੀ ਮੁਰਾਦ ਆਪਣੀ ਫੌਜ ਨਾਲ ਵਾਪਸ ਮੁੜਦਾ ਪਿਆ ਸੀ। ਸੜਕ ਤੋਂ ਕੁਝ ਦੂਰ ਇੱਕ ਜੰਗਲ 'ਚ ਉਹਨੂੰ 2 ਰੂਸੀ ਫੌਜੀ ਨਜ਼ਰ ਆਏ। ਉਹ ਅੱਗ ਕੋਲ ਬੈਠੇ ਮੌਜ ਨਾਲ ਗੀਤ ਗਾਉਂਦੇ ਪਏ ਸਨ। ਹਾਜੀ ਮੁਰਾਦ ਨੇ ਥੋੜੀ ਬਹੁਤ ਰੂਸੀ ਸਮਝਣ ਵਾਲੇ ਆਪਣੇ ਇੱਕ ਫੌਜੀ ਕੋਲੋਂ ਪੁੱਛਿਆ, ਇਹ ਕਾਹਦੇ ਬਾਰੇ ਗਾਉਂਦੇ ਪਏ ਨੇ? ਆਪਣੀ ਮਾਂ, ਆਪਣੀ ਪ੍ਰੇਮਿਕਾ ਤੇ ਦੂਰ ਦੁਰਾਡੇ ਰਹਿ ਗਈ ਮਾਤ ਭੂਮੀ ਦੇ ਬਾਰੇ। ਹਾਜੀ ਮੁਰਾਦ ਬੜਾ ਚਿਰ ਰੂਸੀ ਗੀਤ ਸੁਣਦਾ ਰਿਹਾ, ਮਗਰੋਂ ਹੌਲੀ ਜੀ ਬੋਲਿਆ, ਇਹ ਬੰਦੇ ਦੁਸ਼ਮਣ ਨਹੀਂ, ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਗਾਉਂਦੇ ਰਹਿਣ ਮਾਂ ਦੇ ਬਾਰੇ ਗੀਤ। ਇਸ ਤਰ੍ਹਾਂ ਗੀਤ ਨੇ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਨ ਤੋਂ ਬਚਾ ਲਿਆ। ਜੇ ਲੋਕ ਇੱਕ ਦੂਜੇ ਨੂੰ ਸਮਝ ਸਕਦੇ ਤਾਂ ਇਹੋ ਜਿਹੀਆਂ ਕਿੰਨੀਆਂ ਹੀ ਗੋਲੀਆਂ ਚੱਲਣ ਤੋਂ ਰੁਕ ਜਾਂਦੀਆਂ, ਲੋਕਾਂ ਦੀਆਂ ਜਾਨਾਂ ਬਚ ਜਾਂਦੀਆਂ। ਤੀਸਰੀ ਘਟਨਾ, ਦਾਗਿਸਤਾਨ ਦੀ ਇਨਕਲਾਬੀ ਕਮੇਟੀ ਦੇ ਪ੍ਰਧਾਨ ਮਖਾਚ ਨੇ ਮਸ਼ਹੂਰ ਸ਼ਾਇਰ ਮਹਿਮੂਦ ਨੂੰ ਇੱਕ ਬਹੁਤ ਮਹੱਤਵਪੂਰਨ ਰੁੱਕਾ ਦੇ ਕੇ ਖੂੰਜੇ ਦੇ ਛਾਪਾ ਮਾਰਾਂ ਕੋਲ ਭੇਜਿਆ ਤੇ ਉਹਨੂੰ ਕਿਹਾ, ਖੰਜਰ ਨਾਲ ਨਹੀਂ ਸਗੋਂ ਪੰਦੂਰੇ ਨਾਲ ਆਪਣਾ ਰਾਹ ਬਣਾਈ। ਤਸਾਦਾ ਪਿੰਡ 'ਚ ਮਹਿਮੂਦ ਨੂੰ ਗ੍ਰਿਫਤਾਰ ਕਰਕੇ ਕਾਲ ਕੋਠੜੀ 'ਚ ਬੰਦ ਕਰ ਦਿੱਤਾ ਗਿਆ। ਮਹਿਮੂਦ ਕੋਲੋਂ ਉਹਨਾਂ ਨੂੰ ਮਖਾਚ ਦਾ ਰੁੱਕਾ ਵੀ ਮਿਲ ਗਿਆ ਤੇ ਜ਼ਾਹਿਰ ਹੈ ਕਿ ਉਹਨੂੰ ਗੋਲੀ ਮਾਰ ਦਿੱਤੀ ਹੁੰਦੀ। ਕਾਲ ਕੋਠੜੀ 'ਚ ਬੈਠਾ ਸ਼ਾਇਰ ਮਹਿਮੂਦ ਆਪਣੇ ਪਿਆਰ ਬਾਰੇ ਗੀਤ ਗਾਉਣ ਲੱਗਾ। ਸਾਰਾ ਪਿੰਡ ਉਹਦਾ ਗੀਤ ਸੁਣਨ ਲਈ ਇਕੱਠਾ ਹੋ ਗਿਆ। ਦੂਜੇ ਪਿੰਡਾਂ ਤੱਕ ਦੇ ਲੋਕ ਵੀ ਆ ਗਏ। ਫਿਰ ਨਿਜ਼ਾਮੁਦੀਨ ਗੁਦਸਿੰਸਕੀ ਉਹ ਸਮਝ ਗਿਆ, ਜੇ ਅੱਜ ਮੈਂ ਇਸ ਗਾਇਕ ਦੀ ਜਾਨ ਲੈ ਲੈਣਾ ਤਾਂ ਕੱਲ ਸਾਰੇ ਪਹਾੜੀ ਲੋਕ ਮੇਰੇ ਤੋਂ ਮੂੰਹ ਮੋੜ ਲੈਣਗੇ। ਸ਼ਾਇਰ ਮਹਿਮੂਦ ਨੂੰ ਰਿਹਾ ਕਰ ਦਿੱਤਾ ਗਿਆ। ਇਰਚੀ ਕਜ਼ਾਕ ਕਹਿੰਦਾ ਹੁੰਦਾ ਸੀ, ਸਾਇਬੇਰੀਆ ਦੀ ਜਲਾਵਤਨੀ ਵੇਲੇ ਜੇ ਗੀਤ ਉਹਦਾ ਸਾਥ ਨਾ ਦਿੰਦੇ ਤਾਂ ਗਮ 'ਚ ਉਹਦੀ ਜਾਨ ਚਲੀ ਗਈ ਹੁੰਦੀ। ਇਹੋ ਜਿਹੀਆਂ ਅਨੇਕ ਕਥਾ ਕਹਾਣੀਆਂ ਹਨ, ਉਹਨਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਗੀਤਾਂ ਗਾਣਿਆਂ ਨੇ ਅਨੇਕਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ, ਅਨੇਕ ਪਿਆਦਿਆਂ ਨੂੰ ਘੋੜਸਵਾਰ ਬਣਾਇਆ ਹੈ। ਬਹਾਦਰਾਂ ਬਾਰੇ ਗੀਤ ਸੁਣ ਕੇ ਅਨੇਕ ਡਰਪੋਕ ਲੋਕਾਂ ਨੇ ਡਰਨਾ ਛੱਡਿਆ। ਇਹ ਕਿੱਸਾ ਮੈਂ ਅਬੂ ਤਾਲਿਬ ਤੋਂ ਸੁਣਿਆ ਸੀ। ਜਦੋਂ ਮੈਂ ਭਾਰਤ ਤੋਂ ਵਾਪਸ ਆਇਆ ਤਾਂ ਅਬੂ ਤਾਲਿਬ ਨੇ ਇਸ ਦੇਸ਼ ਦੇ ਬਾਰੇ ਬਹੁਤ ਕੁਝ ਪੁੱਛਿਆ। ਮੈਂ ਉਹਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਵਿੱਚ ਫਕੀਰ ਸੱਪਾਂ ਨੂੰ ਵਸ਼ਟ ਕਰਨ ਵਾਲੇ ਸਪੇਰੇ ਇੱਕ ਖਾਸ ਤਰ੍ਹਾਂ ਦੀ ਬੀਨ ਵਜਾਉਂਦਿਆਂ ਹੋਇਆਂ ਕੋਬਰਾ ਨਾਗ ਨੂੰ ਬੈਲੇ ਨਰਤਕੀ ਵਾਂਗ ਨਚਾਉਂਦੇ ਹਨ। ਇਹ ਤਾਂ ਕੋਈ ਖਾਸ ਹੈਰਾਨੀ ਦੀ ਗੱਲ ਨਹੀਂ, ਅਬੂ ਤਾਲਿਬ ਨੇ ਕਿਹਾ। ਸਾਡੇ ਆਜੜੀ ਵੀ ਤਾਂ ਉੱਚੇ ਪਹਾੜਾਂ 'ਚ ਬੰਸਰੀ ਵਜਾ ਕੇ ਪਹਾੜੀ ਬੱਕਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਸਨ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਸਾਡੇ ਸਭ ਤੋਂ ਜ਼ਿਆਦਾ ਡਰਪੋਕ ਹਿਰਨ ਵੀ ਸੰਗੀਤ ਦੀ ਧੁਨ ਤੇ ਕਿੰਨੀ ਖੁਸ਼ੀ ਨਾਲ ਉਹਦੇ ਵੱਲ ਖਿੱਚੇ ਆਉਂਦੇ ਨੇ। ਮੈਂ ਜ਼ੁਰਨੇ ਦੀਆਂ ਸੁਰ ਲਹਿਰਾਂ ਉੱਤੇ ਉਹਨਾਂ ਨੂੰ ਨੱਚਦਿਆਂ ਵੇਖਿਆ। ਅਬੂ ਤਾਲਿਬ ਕੁਝ ਛਿਣ ਚੁੱਪ ਰਿਹਾ ਤੇ ਉਸ ਤੋਂ ਬਾਅਦ ਬੋਲਿਆ, ਸੰਗੀਤ ਨੇ ਮੇਰੇ ਜੀਵਨ 'ਚ ਵੀ ਮਦਦ ਕੀਤੀ ਏ। ਤੂੰ ਤਾਂ ਸ਼ਾਇਦ ਜਾਣਨਾ ਹੀ ਹੈ ਕਿ ਮੈਂ ਜ਼ੁਰਨੇ ਨੂੰ ਹੀ ਸਭ ਤੋਂ ਜ਼ਿਆਦਾ ਪਿਆਰ ਕਰਨਾ। ਉਹਦੀ ਆਵਾਜ਼ ਦੂਰ ਤੱਕ ਗੂੰਜਦੀ ਏ। ਉਹ ਤਾਂ ਪੁੱਤਰ ਦੇ ਜਨਮ ਦਿਨ, ਦੋਸਤ ਦੇ ਆਗਮਨ ਤੇ ਸ਼ਾਦੀ ਵਿਆਹ ਦਾ ਐਲਾਨ ਕਰਦਾ ਹੈ, ਕੋਈ ਕੁਸ਼ਤੀ ਜਿੱਤਦਾ ਹੈ ਜਾਂ ਘੁੜਦੌੜ 'ਚ। ਦਾਗਿਸਤਾਨ 'ਚ ਜ਼ੁਰਨਾ ਹੀ ਸਭ ਖੁਸ਼ੀਆਂ ਦੀ ਸੂਚਨਾ ਦਿੰਦਾ ਹੈ। ਸਾਰੇ ਸੰਗੀਤ ਵਾਜਿਆਂ ਤੇ ਸਾਜ਼ਾਂ ਵਿੱਚ ਉਹਦੀ ਹੈਸੀਅਤ ਦਾਵਤ ਦੇ ਟੋਸਟ ਮਾਸਟਰ ਜਿਹੀ ਏ। ਮੈਂ ਇਸ ਕਰਕੇ ਵੀ ਜ਼ੁਰਨੇ ਨੂੰ ਪਿਆਰ ਕਰਨਾ ਵੀ ਜਵਾਨੀ ਦੇ ਦਿਨਾਂ 'ਚ ਇਹਨੇ ਮੇਰਾ ਢਿੱਡ ਭਰਿਆ ਹੈ, ਮੈਨੂੰ ਰੋਟੀ ਦਿੱਤੀ ਏ। ਇੱਕ ਵਾਰ ਮੇਰੇ ਨਾਲ ਜਿਹੜੀ ਘਟਨਾ ਵਾਪਰੀ ਮੈਂ ਤੈਨੂੰ ਉਹ ਸੁਣਾਣਾ। ਇਹ ਮੇਰੀ ਜਵਾਨੀ ਦੇ ਦਿਨਾਂ ਦੀ ਗੱਲ ਏ। ਇੱਕ ਵਾਰ ਮੈਨੂੰ ਦੂਰ ਦੇ ਇੱਕ ਪਹਾੜੀ ਪਿੰਡੋਂ ਵਿਆਹ ਦਾ ਸੱਦਾ ਆਇਆ। ਸਰਦੀਆਂ ਦੇ ਦਿਨ ਸਨ, ਡਾਢੇ ਜ਼ੋਰ ਨਾਲ ਬਰਫ਼ ਪੈਂਦੀ ਪਈ ਸੀ। ਰਾਹ ਟੇਢਾ ਮੇਢਾ ਤੇ ਸੱਪ ਵਾਂਗ ਵਲ ਖਾਂਦਾ ਜਾਂਦਾ ਸੀ ਤੇ ਮੈਂ ਥੱਕ ਕੇ ਇੱਕ ਪੱਥਰ ਉੱਤੇ ਆਰਾਮ ਕਰਨ ਲਈ ਬਹਿ ਗਿਆ। ਪਿੰਡ ਅਜੇ ਇੰਨੀ ਦੂਰ ਸੀ ਕਿ ਸਿਗਰਟ ਪੀਂਦਿਆਂ ਪੀਂਦਿਆਂ ਤੰਬਾਕੂ ਦੀ ਥੈਲੀ ਖਤਮ ਹੋ ਜਾਣੀ ਸੀ। ਅਚਾਨਕ ਮੋੜ ਦੇ ਪਿੱਛੋਂ ਘੰਟੀਆਂ ਦੀ ਆਵਾਜ਼ ਸੁਣੀ ਤੇ ਇੱਕ ਫਿਟਨ ਸਾਹਮਣੇ ਆਈ। ਫਿਟਨ 'ਚ ਖੂਬ ਢਿੱਡ ਭਰ ਕੇ ਖਾਣ ਤੇ ਸ਼ਰਾਬ ਪੀਣ ਤੋਂ ਬਾਅਦ ਸ਼ੋਰਗੁਲ ਮਚਾਉਣ ਵਾਲੇ 3 ਆਦਮੀ ਬੈਠੇ ਸਨ। ਇਹ ਅਮੀਰ ਲੋਕ ਸਨ। ਫਿਟਨ 'ਚ ਜੁੱਪੇ ਹੋਏ 2 ਘੋੜਿਆਂ ਵਿੱਚੋਂ ਇੱਕ ਚੀਨੀ ਵਾਂਗ ਸਫੈਦ ਤੇ ਦੂਜਾ ਕਾਲਾ ਸੀ, ਜਿਹਦੇ ਮੱਥੇ ਉੱਤੇ ਸਫੈਦ ਪਦਮ ਸੀ।
अस्सलामुअलैकुम वालेकुम सलाम सलाम दुआ हुई। ਇਹ ਪਤਾ ਲੱਗਣ ਤੇ ਵੀ ਫਿਟਨ 'ਚ ਸਵਾਰ ਲੋਕ ਵੀ ਉਸੇ ਵਿਆਹ ਤੇ ਜਾਂਦੇ ਪਏ ਨੇ ਜਿੱਥੇ ਮੈਂ ਜਾਣਾ ਸੀ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਵੀ ਉਹ ਮੈਨੂੰ ਆਪਣੇ ਨਾਲ ਬਿਠਾ ਲੈਣ, ਪਰ ਉਹਨਾਂ ਨੇ ਉਤਰਾ ਹੀ ਜਿਸ ਤਰ੍ਹਾਂ ਅੱਜ ਕੱਲ੍ਹ ਕਾਰ ਵਾਲੇ ਭੈੜੇ ਬੰਦੇ ਟੈਕਸੀ ਡਰਾਈਵਰ ਕਰਦੇ ਨੇ ਨਾ ਕਰਤੀ ਤੇ ਇਹਦੇ ਨਾਲ ਹੀ ਮੇਰਾ ਮਜ਼ਾਕ ਵੀ ਉਡਾਇਆ। ਕੋਈ ਗੱਲ ਨਹੀਂ, ਤੂੰ ਅਗਲੇ ਵਿਆਹ ਤੱਕ ਪਿੰਡ ਪਹੁੰਚ ਜਾਏਗਾ। ਲੱਗਦਾ ਇਹਦੇ 'ਚ ਤਾਂ ਤੇਰੇ ਤੋਂ ਬਿਨਾਂ ਹੀ ਕੰਮ ਸਰ ਜਾਏਗਾ। ਮੈਂ ਥੱਕੇ ਹਾਰੇ ਨੇ ਉਹਨਾਂ ਦੇ ਠੱਠੇ ਕਾਰਨ ਸੜੇ ਬੜੇ ਬੰਦੇ ਨੇ ਆਪਣਾ ਜ਼ੁਰਨਾ ਕੱਢਿਆ ਵਜਾਉਣ ਲੱਗ ਪਿਆ। ਇੰਨਾ ਵਧੀਆ ਜ਼ੁਰਨਾ ਮੈਂ ਪਹਿਲਾਂ ਕਦੇ ਨਹੀਂ ਸੀ ਵਜਾਇਆ, ਬਸ ਕਮਾਲ ਹੀ ਹੋ ਗਿਆ। ਜ਼ੁਰਨਾ ਸੁਣ ਕੇ ਘੋੜੇ ਇਸ ਤਰ੍ਹਾਂ ਰੁਕ ਗਏ ਜਿਵੇਂ ਉਹਨਾਂ ਦੇ ਪੈਰ 'ਚ ਕਿੱਲ ਠੋਕ ਕੇ ਹੋਣ। ਫਿਟਨ 'ਚ ਬੈਠੇ ਬੰਦੇ ਆਪੇ ਤੋਂ ਬਾਹਰ ਹੁੰਦੇ ਪਏ ਸਨ, ਘੋੜਿਆਂ ਤੇ ਚਾਬਕ ਵਰਾ ਰਹੇ ਸਨ, ਪਰ ਬੇਫਾਇਦਾ। ਘੋੜੇ ਟਸ ਤੋਂ ਮਸ ਨਹੀਂ ਸਨ ਹੁੰਦੇ ਪਏ। ਸ਼ਾਇਦ ਉਹਨਾਂ ਨੂੰ ਮੇਰੀ ਧੁਨ ਚੰਗੀ ਲੱਗੀ ਸੀ। ਹੋ ਸਕਦਾ ਹੈ ਵੀ ਘੋੜਿਆਂ ਵਿੱਚ ਉਹਨਾਂ ਦੇ ਮਾਲਕਾਂ ਦੇ ਮੁਕਾਬਲੇ ਜ਼ਿਆਦਾ ਇਨਸਾਨੀਅਤ ਸੀ। ਬੜਾ ਚਿਰੇ ਖਿੱਚੋਤਾਨ ਚਲਦੀ ਰਹੀ। ਘੋੜਿਆਂ ਨੇ ਮੇਰਾ ਸਾਥ ਦਿੱਤਾ ਤੇ ਮਾਲਕਾਂ ਨੂੰ ਮਜਬੂਰ ਹੋ ਕੇ ਮੈਨੂੰ ਆਪਣੀ ਫਿਟਨ 'ਚ ਬਹਾਉਣਾ ਪਿਆ ਤਾਂ ਮੇਰੇ ਜ਼ੁਰਨੇ ਨੇ ਇਸ ਤਰ੍ਹਾਂ ਮੇਰੀ ਮਦਦ ਕੀਤੀ। ਗੀਤ ਹੀ ਤਾਂ ਮੈਨੂੰ ਤਹਿਖਾਨੇ 'ਚੋਂ ਬਾਹਰ ਕੱਢ ਕੇ ਆਦਰ ਸਤਿਕਾਰ ਨਾਲ ਵੱਡੇ ਰਾਹ ਤੇ ਲੈ ਗਏ ਸਨ। ਮੈਂ ਅਬੂ ਤਾਲਿਬ ਨੂੰ ਪੁੱਛਿਆ, ਤੂੰ ਤਾਂ ਮੁਰਲੀ, ਜੁਰਨਾ ਤੇ ਸਭ ਤਰ੍ਹਾਂ ਦੀਆਂ ਬੰਸਰੀਆਂ ਵੀ ਵਜਾਉਣਾ ਹੈ। ਤੂੰ ਨਾ ਸਿਰਫ ਉਹਨਾਂ ਨੂੰ ਵਜਾਉਣਾ ਜਾਣਦਾ ਹੈ, ਸਗੋਂ ਆਪਣੇ ਹੱਥਾਂ ਨਾਲ ਉਹਨਾਂ ਨੂੰ ਬਣਾਉਂਦਾ ਵੀ ਏ, ਪਰ ਤੂੰ ਵਾਇਲਨ ਕਿਉਂ ਨਹੀਂ ਵਜਾਉਂਦਾ? ਤੈਨੂੰ ਤਾਂ ਪਤਾ ਵੀ ਪਹਾੜੀ ਲੋਕਾਂ ਨੂੰ ਵਾਇਲਨ ਬੇਹੱਦ ਪਸੰਦ ਏ। ਤੈਨੂੰ ਦੱਸਾਂ ਵੀ ਮੈਂ ਵਾਇਲਨ ਕਿਉਂ ਨਹੀਂ ਵਜਾਉਂਦਾ? ਲੈ ਸੁਣ, ਜਦ ਮੈਂ ਜਵਾਨ ਸਾਂ ਤਾਂ ਵਾਇਲਨ ਵਜਾਉਂਦਾ ਹੁੰਦਾ ਸਾਂ। ਇੱਕ ਵਾਰੀ ਸਾਡੇ ਲੋਕ ਪਿੰਡ 'ਚ ਇੱਕ ਬਦਕਿਸਮਤ ਤੇ ਥੱਕਿਆ ਹਾਰਿਆ ਅਵਾਰ ਆਇਆ। ਉਹਨੇ ਆਪਣੇ ਪਿੰਡ ਦੇ ਇੱਕ ਬੰਦੇ ਦਾ ਕਤਲ ਕਰਤਾ ਸੀ ਤੇ ਇਹਦੇ ਲਈ ਉਹਨੂੰ ਪਿੰਡੋਂ ਕੱਢ ਦਿੱਤਾ ਗਿਆ ਸੀ। ਇਹੋ ਜਿਹੇ ਕੱਢੇ ਹੋਏ ਬੰਦੇ ਨੂੰ ਹਮੇਸ਼ਾ ਪਿੰਡ ਦੇ ਸਿਰੇ ਵਾਲਾ ਪਹਾੜੀ ਘਰ ਰਹਿਣ ਵਾਸਤੇ ਦਿੱਤਾ ਜਾਂਦਾ ਹੈ। ਲੋਕ ਉਹਦੇ ਕੋਲ ਆਉਂਦੇ ਜਾਂਦੇ ਨਹੀਂ ਸਨ। ਉਹ ਵੀ ਕਿਸੇ ਵੱਲ ਆਉਂਦਾ ਜਾਂਦਾ ਨਹੀਂ ਸੀ, ਕਿਉਂ ਜੋ ਮੈਂ ਥੋੜੀ ਬਾਹਲੀ ਅਵਾਰ ਬੋਲੀ ਜਾਣਦਾ ਸਾਂ, ਇਸ ਕਰਕੇ ਕਦੇ-ਕਦੇ ਉਹਦੇ ਵੱਲ ਆਉਣ ਜਾਣ ਲੱਗ ਪਿਆ। ਇੱਕ ਸ਼ਾਮ ਮੈਂ ਆਪਣੀ ਵਾਇਲਨ ਲੈ ਕੇ ਉਹਦੇ ਵੱਲ ਗਿਆ। ਉਹ ਚੁੱਲ੍ਹੇ ਕੋਲ ਬੈਠਾ ਪਤੀਲੇ ਦੇ ਹੇਠਾਂ ਫੂਸ ਦੇ ਅੰਗਿਆਰਾਂ ਨੂੰ ਹਿਲਾਉਂਦਾ ਜਲਾਉਂਦਾ ਪਿਆ ਸੀ। ਪਤੀਲੇ 'ਚ ਵੀ ਫੂਸ ਉਬਲਦਾ ਪਿਆ ਸੀ ਤੇ ਮੈਂ ਵਾਇਲਨ ਵਜਾਉਣ ਲੱਗ ਪਿਆ ਤੇ ਕਿਸਮਤ ਦਾ ਮਾਰਿਆ ਅਵਾਰ ਅੱਗ ਵੱਲ ਵੇਖਦਾ ਹੋਇਆ ਚੁੱਪਚਾਪ ਉਹਨੂੰ ਸੁਣਦਾ ਰਿਹਾ। ਇਹਦੇ ਤੋਂ ਬਾਅਦ ਉਹਨੇ ਅਚਾਨਕ ਮੇਰੀ ਵਾਇਲਨ ਆਪਣੇ ਹੱਥ ਲੈ ਲਈ। ਉਹਨੂੰ ਗੌਰ ਨਾਲ ਵੇਖਿਆ, ਉਹਨੂੰ ਇੱਧਰ ਉੱਧਰ ਘੁਮਾਇਆ, ਉਹਦੇ ਕੁਝ ਤਾਰ ਕੱਸੇ ਤੇ ਵਜਾਉਣ ਲੱਗ ਪਿਆ। ਵਾਹ ਵਾਹ, ਕਿੰਨੀ ਵਧੀਆ ਵਾਇਲਨ ਵਜਾਉਂਦਾ ਸੀ ਉਹ। ਰਸੂਲ, ਮੈਂ ਜ਼ਿੰਦਗੀ ਭਰ ਉਹਦਾ ਵਾਇਲਨ ਵਜਾਉਣਾ ਨਹੀਂ ਭੁੱਲ ਸਕਾਂਗਾ। ਚੁੱਲ੍ਹੇ 'ਚ ਫੂਸ ਬਲਦਾ ਜਾਂਦਾ ਸੀ, ਕਦੇ-ਕਦੇ ਉਹ ਜ਼ੋਰ ਨਾਲ ਭੜਕ ਪੈਂਦਾ ਸੀ। ਉਦੋਂ ਉਹਦੀ ਲਾਟ ਦੀ ਰੌਸ਼ਨੀ 'ਚ ਸਾਡੀਆਂ ਅੱਖਾਂ ਚਮਕ ਉੱਠਦੀਆਂ ਸਨ। ਸਾਡੀਆਂ ਅੱਖਾਂ 'ਚੋਂ ਕਦੇ-ਕਦੇ ਹੰਝੂ ਵਹਿੰਦੇ ਹੁੰਦੇ। ਮੈਂ ਆਪਣੀ ਵਾਇਲਨ ਇਸ ਅਵਾਰ ਕੋਲ ਹੀ ਛੱਡ ਕੇ ਘਰ ਆ ਗਿਆ। ਅਗਲੇ ਦਿਨ ਮੈਂ ਪਹਾੜਾਂ 'ਚ ਗਿਆ। ਮੈਂ ਉਹਦਾ ਪਿੰਡ ਲੱਭਿਆ, ਫਿਰ ਉਹਦੇ ਤੋਂ ਖੂਨ ਦਾ ਬਦਲਾ ਲੈਣ ਵਾਲਿਆਂ ਨੂੰ ਢੂੰਡਿਆ। ਮੈਂ ਉਹਨਾਂ ਨੂੰ ਉਹਨਾਂ ਦੇ ਪਿੰਡੋਂ ਕੱਢੇ ਹੋਏ ਅਵਾਰ ਦੇ ਘਰ ਲਿਆਇਆ। ਦਿਨੇ ਉਹ ਮੇਰੇ ਘਰ ਬੈਠੇ ਰਹਿੰਦੇ, ਰਾਤੀ ਮੇਰੇ ਨਾਲੇ ਸੁਣਨ ਜਾਂਦੇ ਵੀ ਉਹਨਾਂ ਦਾ ਜਾਨੀ ਦੁਸ਼ਮਣ ਕਿੰਨੀ ਵਧੀਆ ਵਾਇਲਨ ਵਜਾਉਂਦਾ ਹੈ। ਲਗਾਤਾਰ 3 ਰਾਤਾਂ ਇਹ ਸਿਲਸਿਲਾ ਚੱਲਦਾ ਰਿਹਾ। ਚੌਥੇ ਦਿਨ ਖੂਨ ਦਾ ਬਦਲਾ ਖੂਨ ਚਾਹੁਣ ਵਾਲਿਆਂ ਨੇ ਆਪਣੀ ਇਹ ਇੱਛਾ ਖਤਮ ਕਰਤੀ। ਉਹਨਾਂ ਨੇ ਆਪਣੇ ਪਿੰਡ ਵਾਸੀ ਨੂੰ ਆਖਿਆ, ਤੂੰ ਘਰ ਮੁੜ ਜਾ, ਅਸੀਂ ਤੈਨੂੰ ਮਾਫ ਕਰਤਾ। ਮੇਰੇ ਤੋਂ ਵਿਦਾ ਲੈਣ ਵਾਲੇ ਉਸ ਅਵਾਰ ਨੇ ਮੇਰੀ ਵਾਇਲਨ ਮੈਨੂੰ ਮੋੜਨੀ ਚਾਹੀ, ਪਰ ਮੈਂ ਨਹੀਂ ਲਈ। ਮੈਂ ਉਹਨੂੰ ਆਖਿਆ, ਤੇਰੇ ਵਾਂਗੂ ਵਾਇਲਨ ਵਜਾਉਣੀ ਮੈਨੂੰ ਕਦੇ ਆਉਣੀ ਨਹੀਂ ਤੇ ਤੇਰੇ ਤੋਂ ਮਾੜੀ ਹੁਣ ਮੈਂ ਵਜਾ ਨਹੀਂ ਸਕਦਾ, ਇਸ ਲਈ ਇਸ ਵਾਇਲਨ ਦੀ ਹੁਣ ਮੈਨੂੰ ਲੋੜ ਨਹੀਂ। ਪਰ ਜਿਸ ਸੰਗੀਤ ਨੇ ਖੂਨੀ ਦੁਸ਼ਮਣਾਂ 'ਚ ਸੁਲ੍ਹਾ ਕਰਵਾ ਦਿੱਤੀ, ਉਹਨੂੰ ਮੈਂ ਕਦੇ ਨਹੀਂ ਭੁੱਲਾਂਗਾ। ਮੈਂ ਅਕਸਰ ਇਹ ਸੋਚਣਾ ਕਿ ਜੇ ਸਾਰੇ ਲੋਕ ਵਾਇਲਨ ਉੱਤੇ ਇਸ ਤਰ੍ਹਾਂ ਦਾ ਸੰਗੀਤ ਸੁਣ ਸਕਦੇ ਤਾਂ ਬੁਰਾਈ ਕਰਨ ਵਾਲਾ ਇੱਕ ਵੀ ਬੰਦਾ ਦੁਨੀਆ 'ਚ ਨਾ ਲੱਭਦਾ ਤੇ ਕਿਤੇ ਵੀ ਵੈਰ ਭਾਵ ਨਾ ਹੁੰਦਾ। ਹੁਣ ਮੈਂ ਆਪਣੇ ਪਿਤਾ ਜੀ ਨਾਲ ਸੰਬੰਧਿਤ 2 ਘਟਨਾਵਾਂ ਦਾ ਜ਼ਿਕਰ ਕਰਦਾ। ਗੋਤ ਸਾਤਲ ਪਿੰਡ ਦੇ ਵਾਸੀ ਹਾਜੀ ਨਾਂ ਦੇ ਇੱਕ ਵਿਅਕਤੀ ਨੇ ਖੂੰਜੇ ਵਿੱਚ ਇੱਕ ਰੈਸਟੋਰੈਂਟ ਖੋਲਿਆ। ਉਹਨੇ ਮੇਰੇ ਪਿਤਾ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਕਿਹਾ, ਤੁਸੀਂ ਪਹਾੜੀ ਇਲਾਕਿਆਂ 'ਚ ਬੜੇ ਪ੍ਰਸਿੱਧ ਇਨਸਾਨ ਹੋ, ਤੁਸੀਂ ਮੇਰੇ ਰੈਸਟੋਰੈਂਟ ਬਾਰੇ ਇੱਕ ਗੀਤ ਬਣਾ ਦਿਓ। ਉਸ ਵਿੱਚ ਕੁਝ ਪ੍ਰਸ਼ੰਸਾ ਕਰ ਦਿਓ ਤਾਂ ਜੋ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗ ਜੇ। ਇਹਦੇ ਵਾਸਤੇ ਮਿਹਨਤਾਨਾ ਦੇਣ ਦੇ ਮਾਮਲੇ 'ਚ ਜ਼ਰਾ ਜਿੰਨੀ ਵੀ ਦੇਰ ਨਹੀਂ ਹੋਏਗੀ। ਪਿਤਾ ਜੀ ਨੇ ਸੱਚੀ ਮੁੱਚੀ ਇੱਕ ਗੀਤ ਰਚ ਦਿੱਤਾ ਤੇ ਗੋਤ ਸਾਤਲ ਪਿੰਡ ਦੇ ਉਸ ਨਿਵਾਸੀ ਦੇ
ਇਸ ਰੈਸਟੋਰਾਂ ਨੂੰ ਮਸ਼ਹੂਰ ਕਰ ਦਿੱਤਾ, ਪਰ ਗੰਦੇ ਤੇ ਬੇਹੂਦਾ ਰੈਸਟੋਰਾਂ ਦੇ ਰੂਪ ਵਿੱਚ। ਇਸ ਤੋਂ ਬਾਅਦ ਸਾਰੇ ਲੋਕ ਇਸ ਰੈਸਟੋਰਾਂ ਦੇ ਇਹਦੇ ਮਾਲਕ ਵੱਲ ਇਸ਼ਾਰਾ ਕਰਦੇ ਰਹਿੰਦੇ। ਇਹ ਹੈ ਉਹ ਆਦਮੀ ਜਿਹਨੂੰ ਸਾਡੀ ਹਮਜ਼ਾਤ ਨੇ ਮਿੱਟੀ ਵਿੱਚ ਮਿਲਾ ਦਿੱਤਾ ਹੈ। ਰੈਸਟੋਰਾਂ ਦੇ ਮਾਲਕ ਨੂੰ ਜਦੋਂ ਇਹ ਪਤਾ ਲੱਗਾ ਕਿ ਉਹਦੇ ਰੈਸਟੋਰਾਂ ਦੇ ਬਾਰੇ ਕੋਈ ਇਹੋ ਜਿਹਾ ਗੀਤ ਹੈ ਤਾਂ ਉਹ ਪਰੇਸ਼ਾਨ ਹੋ ਉੱਠਿਆ। ਉਹਨੇ ਪਿਤਾ ਜੀ ਨੂੰ ਕਿਹਾ ਕਿ ਜੇ ਉਹ ਆਪਣੇ ਇਸ ਗੀਤ ਦਾ ਆਮ ਲੋਕਾਂ 'ਚ ਪ੍ਰਚਾਰ ਨਹੀਂ ਕਰਨਗੇ ਤਾਂ ਇਹਦੇ ਬਦਲੇ ਉਹ ਉਹਨਾਂ ਨੂੰ ਜ਼ੀਨ ਸਮੇਤ ਘੋੜਾ ਦੇਣ ਲਈ ਤਿਆਰ ਹੈ। ਪਰ ਜਦੋਂ ਕੋਈ ਸ਼ਬਦ ਇੱਕ ਦर्रा ਲੰਘ ਜਾਂਦਾ ਹੈ ਤਾਂ ਸਾਰੇ ਪਹਾੜਾਂ 'ਚ ਪਹੁੰਚ ਜਾਂਦਾ ਹੈ, ਕੋਈ ਵੀ ਉਹਨੂੰ ਰੋਕ ਨਹੀਂ ਸਕਦਾ। ਕਿਸਮਤ ਦੇ ਮਾਰੇ ਇਸ ਹਾਜੀ ਬਾਰੇ ਰਚਿਆ ਗਿਆ ਇਹ ਗੀਤ ਛੇਤੀ ਸਾਰੇ ਪਿੰਡਾਂ 'ਚ ਪਹੁੰਚ ਗਿਆ। ਲੋਕ ਉਹਨੂੰ ਅਜੇ ਤੱਕ ਗਾਉਂਦੇ ਹਨ ਕਿ ਹਾਜੀ ਨੂੰ ਆਪਣਾ ਰੈਸਟੋਰਾਂ ਬੰਦ ਕਰਨਾ ਪਿਆ। ਇੱਕ ਵਾਰ ਸਾਡੇ ਘਰੋਂ ਭੇਡ ਦਾ ਧੁੱਪ ਵਿੱਚ ਸੁਕਾਇਆ ਹੋਇਆ ਮਾਸ ਗਾਇਬ ਹੋ ਗਿਆ। ਉਹਦੇ ਵਾਪਸ ਮਿਲਣ ਦੀ ਕੋਈ ਉਮੀਦ ਨਹੀਂ ਸੀ, ਪਰ ਅਚਾਨਕ ਪਿੰਡ 'ਚ ਇੱਕ ਅਫਵਾਹ ਫੈਲ ਗਈ ਕਿ ਹਮਜ਼ਾਤ ਨੇ ਚੋਰ ਬਾਰੇ ਇੱਕ ਗੀਤ ਰਚਿਆ ਹੈ। ਨਤੀਜਾ ਇਹ ਨਿਕਲਿਆ ਕਿ ਸੁਕਾਇਆ ਹੋਇਆ ਇਹ ਮਾਸ ਉਸੇ ਦਿਨ ਸਾਡੇ ਛੱਜੇ 'ਚ ਸੁੱਟ ਦਿੱਤਾ ਗਿਆ। ਹਾਲਾਂਕਿ ਮੇਰੇ ਪਿਤਾ ਜੀ ਦਾ ਇਹੋ ਜਿਹਾ ਗੀਤ ਦੀ ਇਹ ਰਚਨਾ ਕਰਨ ਦਾ ਵੀ ਜ਼ਰਾ ਵੀ ਇਰਾਦਾ ਨਹੀਂ ਸੀ। ਨਵੇਂ ਵਿਆਹੇ ਜੋੜਿਆਂ 'ਚ ਕਦੇ-ਕਦੇ ਝਗੜਾ ਹੋ ਜਾਂਦਾ ਹੈ। ਇਹੋ ਜਿਹੇ ਮੌਕਿਆਂ ਤੇ ਨਵੇਂ ਵਿਆਹੇ ਜੋੜਿਆਂ ਦੇ ਮਿੱਤਰ ਅਕਸਰ ਜਵਾਨ ਪਤੀ ਦੇ ਮਿੱਤਰ ਖਿੜਕੀ ਹੇਠਾਂ ਖਲੋ ਕੇ ਚੰਗੂਰ ਵਾਜਾ ਵਜਾਉਂਦੇ ਹਨ। ਚੰਗੂਰ ਦੀਆਂ ਧੁਨਾਂ ਨਵੇਂ ਵਿਆਹੇ ਜੋੜੇ ਨੂੰ ਆਪਣੇ ਛੋਟੇ ਜਿਹੇ ਝਗੜੇ ਬਾਰੇ ਭੁੱਲਣ ਲਈ ਮਜਬੂਰ ਕਰ ਦਿੰਦੀਆਂ ਹਨ। ਅਮੀਨ ਚਤੂਏਵ ਨਾਂ ਦਾ ਇੱਕ ਮੇਰਾ ਵੀ ਬਹੁਤ ਚੰਗਾ ਦੋਸਤ ਸੀ, ਫੋਟੋਗ੍ਰਾਫਰ ਤੇ ਸੰਗੀਤਕਾਰ। ਮੇਰੇ ਵਿਆਹ ਤੋਂ ਪਹਿਲੇ ਸਾਲ ਉਹਨੂੰ ਮੇਰੀਆਂ ਖਿੜਕੀਆਂ ਹੇਠਾਂ ਅਕਸਰ ਚੰਗੂਰ ਵਜਾਉਣਾ ਪੈਂਦਾ ਸੀ। ਉਹਨੂੰ ਤੂੰ ਆਪਣੀ ਵਾਇਲਨ ਲੈ ਕੇ ਦੁਨੀਆ ਦੀਆਂ ਖਿੜਕੀਆਂ ਹੇਠਾਂ ਕਿਉਂ ਨਹੀਂ ਵਜਾਉਂਦਾ ਤਾਂ ਕਿ ਸਾਡੇ ਯੁੱਗ ਦੇ ਝਗੜੇ ਸੁਲਝ ਜਾਣ, ਸ਼ਾਂਤ ਹੋ ਜਾਣ। ਸ਼ਿਕਾਗੋ ਦੀ ਇੱਕ ਮੁਲਾਕਾਤ 'ਚ ਅਮਰੀਕੀ ਸਹਿਯੋਗੀ ਨਾਲ ਮੇਰੀ ਬਹੁਤ ਹੀ ਗਰਮਾ ਗਰਮ ਬਹਿਸ ਹੋ ਗਈ। ਬਹਿਸ ਨੇ ਬੜੀ ਤਿੱਖੀ ਸ਼ਕਲ ਅਖਤਿਆਰ ਕਰ ਲਈ ਤੇ ਇਉਂ ਲੱਗਦਾ ਸੀ ਕਿ ਕਦੇ ਖਤਮ ਨਹੀਂ ਹੋ ਸਕਦੀ। ਪਰ ਬਾਅਦ 'ਚ ਅਮਰੀਕੀ ਨੇ ਅਚਾਨਕ ਆਪਣੇ ਭਰਾ ਦੀ, ਜਿਹੜਾ ਪਹਿਲੇ ਯੁੱਧ ਦੇ ਸਮੇਂ ਮਾਰਿਆ ਗਿਆ ਸੀ, ਕਵਿਤਾ ਸੁਣਾ ਦਿੱਤੀ। ਮੈਂ ਵੀ ਉਸੇ ਸਮੇਂ ਮੌਤ ਦੇ ਮੂੰਹ 'ਚ ਜਾਣ ਵਾਲੇ ਆਪਣੇ ਭਰਾ ਦੀ ਕਵਿਤਾ ਸੁਣਾਈ। ਸਾਡਾ ਵਾਦ ਵਿਵਾਦ ਸ਼ਾਂਤ ਹੋ ਗਿਆ। ਸਿਰਫ ਕਵਿਤਾਵਾਂ ਹੀ ਬਾਕੀ ਰਹਿ ਗਈਆਂ। ਕਾਸ਼ ਅਸੀਂ ਅਕਸਰ ਹੀ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਨੂੰ ਯਾਦ ਕਰਦੇ। ਕਾਸ਼ ਅਸੀਂ ਅਕਸਰ ਕਵਿਤਾਵਾਂ ਤੇ ਗੀਤਾਂ ਵੱਲ ਧਿਆਨ ਦਿੰਦੇ। ਮੇਰੇ ਪੂਰਵਜ ਗੁਆਂਢੀ ਜਾਰਜੀਆ ਉੱਤੇ ਅਕਸਰ ਹਮਲੇ ਕਰਦੇ ਸਨ। ਅਜਿਹੇ ਇੱਕ ਹਮਲੇ ਵੇਲੇ ਉਹ ਜਵਾਨ ਦਵਿਦ ਗੁਰਮਿਸ਼ਵਾਲੀ ਨੂੰ, ਜਿਹੜਾ ਮਗਰੋਂ ਜਾਰਜੀਆ ਦਾ ਕਲਾਸਿਕ ਕਵੀ ਬਣਿਆ, ਉੱਥੋਂ ਭਜਾ ਕੇ ਅਵਾਰ ਪਰਬਤਾਂ 'ਚ ਲੈ ਆਏ। ਉੱਚੇ ਪਹਾੜਾਂ ਉਸ ਸਕੂਲ ਦੇ ਇੱਕ ਡੂੰਘੇ ਤਹਿਖਾਨੇ 'ਚ ਬੰਦ ਇਹ ਬਦਕਿਸਮਤ ਕੈਦੀ ਜਾਰਜੀਆਈ ਗੀਤ ਗਾਉਂਦਾ ਰਹਿੰਦਾ ਸੀ। ਉੱਥੇ ਹੀ ਉਹ ਕਵਿਤਾ ਦੀ ਰਚਨਾ ਕਰਨ ਲੱਗ ਪਿਆ। ਉਹਨੂੰ ਸਕੂਲ ਤੋਂ ਰੂਸ ਭੱਜਣ 'ਚ ਕਾਮਯਾਬੀ ਮਿਲ ਗਈ ਤੇ ਉੱਥੋਂ ਉਹ ਉਕਰਾਈਨਾ ਚਲਾ ਗਿਆ। ਇਸ ਅਨੂਠੇ ਕਵੀ ਦੀ ਬਰਸੀ ਦੇ ਸਮੇਂ ਮੈਂ ਤਿਬਲੀਸੀ ਗਿਆ। ਮੈਨੂੰ ਉੱਥੇ ਬੋਲਣ ਲਈ ਕਿਹਾ ਗਿਆ। ਮੈਂ ਮਜ਼ਾਕ ਕਰਦਿਆਂ ਕਿਹਾ ਕਿ ਦਵਿਦ ਗੁਰਮਿਸ਼ਵੀਲੀ ਜਿਹੇ ਵੱਡੇ ਕਵੀ ਲਈ ਜਾਰਜੀਆ ਸਾਡੇ ਦਾਗਿਸਤਾਨੀਆਂ ਦੇ ਅਹਿਸਾਨ ਥੱਲੇ ਹੈ। ਜੇ ਅਸੀਂ ਉਹਨੂੰ ਭਜਾ ਨਾ ਲੈ ਜਾਂਦੇ, ਡੂੰਘੇ ਤਹਿਖਾਨੇ 'ਚ ਬੰਦ ਨਾ ਕਰ ਦਿੰਦੇ ਤਾਂ ਸ਼ਾਇਦ ਉਹ ਕਵਿਤਾ ਦੀ ਰਚਨਾ ਨਾ ਕਰਨ ਲੱਗਦਾ, ਰੂਸ ਤੇ ਉਕਰਾਈਨਾ ਨਾ ਪਹੁੰਚ ਸਕਦਾ। ਉਹਦੀ ਜਵਾਨੀ ਨੇ ਦੂਸਰਾ ਹੀ ਰੂਪ ਲੈ ਲਿਆ ਹੁੰਦਾ। ਪਰ ਇਸ ਤੋਂ ਬਾਅਦ ਮੈਂ ਇਹ ਵੀ ਕਿਹਾ ਕਿ ਮੇਰੇ ਵਡੇਰੇ ਜਦੋਂ ਜਵਾਨ ਪ੍ਰਿੰਸ ਨੂੰ ਭਜਾ ਕੇ ਲੈ ਗਏ ਸਨ ਤਾਂ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਸੇ ਕਵੀ ਨੂੰ ਭਜਾ ਕੇ ਲਿਜਾ ਰਹੇ ਹਨ। ਜੇ ਉਹਨਾਂ ਨੂੰ ਇਹ ਪਤਾ ਹੁੰਦਾ ਤਾਂ ਉਹ ਕਦੇ ਇੰਜ ਨਾ ਕਰਦੇ। ਖੈਰ, ਜੋ ਹੋਇਆ ਸੋ ਹੋਇਆ, ਪਰ ਇੰਨਾ ਜ਼ਰੂਰ ਹੈ ਭਈ ਜੇ ਪਹਿਲਾਂ ਦਾਗਿਸਤਾਨ ਨੇ ਦਵਿਦ ਗੁਰਾਮਿਸ਼ਵੀਲੀ ਨੂੰ ਆਪਣਾ ਕੈਦੀ ਬਣਾਇਆ ਸੀ ਤਾਂ ਹੁਣ ਦਾਗਿਸਤਾਨ ਉਹਦੀ ਕਵਿਤਾ ਦੇ ਜਾਦੂ 'ਚ ਬਚਾ ਹੋਇਆ ਹੈ। ਕਿੰਨਾ ਉਲਟ ਫੇਰ ਹੋਇਆ ਜ਼ਮਾਨੇ 'ਚ। ਹੁਣ ਨਵੇਂ ਗੀਤ ਗਾਏ ਜਾਂਦੇ ਹਨ, ਪਰੰਤੂ ਅਸੀਂ ਪੁਰਾਣੇ ਗੀਤਾਂ ਨੂੰ ਵੀ ਨਹੀਂ ਭੁੱਲੇ। ਹੁਣ ਦਾਗਿਸਤਾਨ ਦੀ ਜਨਤਾ ਆਪਣੇ ਇਸ ਬਹੁਮੁੱਲੇ ਖਜ਼ਾਨੇ ਸਾਰੀ ਦੁਨੀਆ ਨੂੰ ਭੇਟ ਕਰਦੀ ਹੈ। ਪਰਬਤਾਂ 'ਚ ਕੁਦਰਤ ਆਪਣਾ ਕਠੋਰ ਰੂਪ ਵਿਖਾਉਂਦੀ ਹੈ। ਪੁਰਾਣੇ ਵਕਤਾਂ 'ਚ ਇੱਥੇ ਵੱਡੀ ਗਿਣਤੀ 'ਚ ਬੱਚੇ ਮਰਦੇ ਸਨ, ਪਰ ਜਿਹੜੇ ਜਿਉਂਦੇ ਰਹਿ ਜਾਂਦੇ ਸਨ ਉਹ ਬਹੁਤੀ ਲੰਮੀ ਉਮਰ ਤੱਕ 100 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿੰਦੇ ਸਨ। ਗਾਏ ਗਏ ਸਾਰੇ ਗੀਤ ਜਿਉਂਦੇ ਨਹੀਂ ਰਹੇ, ਪਰ ਜਿਹੜੇ ਜਿਉਂਦੇ ਰਹਿ ਗਏ ਹਨ ਉਹ ਸਦੀਆਂ ਤੱਕ ਜਿਉਂਦੇ ਰਹਿਣਗੇ। ਬਚਪਨ 'ਚ ਜ਼ਿਆਦਾਤਰ ਮੁੰਡੇ ਹੀ ਮਰਦੇ ਸਨ, ਕੁੜੀਆਂ ਜ਼ਿਆਦਾ ਸ਼ਕਤੀਸ਼ਾਲੀ, ਜ਼ਿਆਦਾ ਜਾਨਦਾਰ ਸਿੱਧ ਹੁੰਦੀਆਂ ਸਨ। ਗੀਤਾਂ ਦੇ ਬਾਰੇ ਵੀ ਇਹ ਠੀਕ ਹੈ। ਮਰਦਾਵੇਂ ਜਵਾਨ ਸੂਰਮਿਆਂ ਦੇ ਗੀਤ, ਜੰਗ ਦੇ ਗੀਤ, ਹਮਲਿਆਂ ਤੇ ਮਾਰ ਵੱਢ ਦੇ ਗੀਤ, ਕਬਰਾਂ
ਬਦਲੇ, ਖੂਨ, ਸਾਹਸ ਤੇ ਬਹਾਦਰੀ ਦੇ ਗੀਤ ਪਿਆਰ ਦੇ ਗੀਤਾਂ ਦੀ ਤੁਲਨਾ 'ਚ ਕਿਤੇ ਘੱਟ ਜਿਉਂਦੇ ਬਚੇ ਹਨ। ਪਰ ਸਾਰੇ ਪੁਰਾਣੇ ਗੀਤ ਜਿਵੇਂ ਦਾਗਿਸਤਾਨ ਦੇ ਨਵੇਂ ਸੰਗੀਤ ਦੀ ਭੂਮਿਕਾ ਹਨ। ਪੁਰਾਣੇ ਪੰਦੂਰੇ ਉੱਤੇ ਨਵੀਆਂ ਤਾਰਾਂ ਲਾਈਆਂ ਜਾ ਰਹੀਆਂ ਹਨ ਤੇ ਹੁਣ ਪਹਾੜੀ ਔਰਤਾਂ ਦੀਆਂ ਫੁਰਤੀਲੀਆਂ ਉਂਗਲੀਆਂ ਪਿਆਨੋ ਦੇ ਸਫੈਦ ਤੇ ਕਾਲੇ ਪਰਦਿਆਂ ਉੱਤੇ ਹੀ ਦੌੜਦੀਆਂ ਹਨ। ਗੀਤਾਂ ਵਾਲੇ ਘਰ ਮੇਰਾ ਜਨਮ ਹੋਇਆ ਤੇ ਮੈਂ ਉੱਥੇ ਹੀ ਵੱਡਾ ਹੋਇਆ। ਮੈਂ ਬਹੁਤ ਝਿਜਕਦਿਆਂ ਪੈਨਸਿਲ ਹੱਥ 'ਚ ਲਈ। ਮੈਂ ਕਵਿਤਾ ਨਾਲ ਨਾਤਾ ਜੋੜਨ ਲੱਗਾ ਘਬਰਾਉਂਦਾ ਸਾਂ, ਪਰ ਇੰਜ ਕੀਤੇ ਬਿਨਾਂ ਰਹਿ ਨਹੀਂ ਸੀ ਸਕਦਾ। ਮੇਰੀ ਹਾਲਤ ਬੜੀ ਭੈੜੀ ਸੀ। ਹਮਜ਼ਾਤ ਤਸਾਦਾਸਾ ਦੇ ਬਾਅਦ ਰਸੂਲ ਤਸਾਦਾਸਾ ਯਾਨੀ ਤਸਾਦਾਸਾ ਦੇ ਵਾਸੀ ਦੀ ਕਿਹਨੂੰ ਲੋੜ ਹੋ ਸਕਦੀ ਸੀ? ਉਸੇ ਪਿੰਡ, ਉਸੇ ਦਾਗਿਸਤਾਨ ਦੇ ਰਸੂਲ ਦੇ। ਮੈਂ ਕਿਤੇ ਵੀ ਕਿਉਂ ਨਾ ਗਿਆ, ਕਿਸੇ ਵੀ ਥਾਂ ਮੈਨੂੰ ਲੋਕਾਂ ਨਾਲ ਮਿਲਣ ਤੇ ਗੱਲ ਕਰਨ ਦਾ ਮੌਕਾ ਕਿਉਂ ਨਾ ਮਿਲਿਆ। ਹੁਣ ਵੀ ਜਦੋਂ ਮੇਰੇ ਵਾਲ ਚਿੱਟੇ ਹੋ ਗਏ ਹਨ, ਹਰ ਥਾਂ ਤੇ ਹਮੇਸ਼ਾ ਇਹੀ ਕਿਹਾ ਜਾਂਦਾ ਹੈ, ਹੁਣ ਸਾਡੇ ਹਮਜ਼ਾਦ ਦੇ ਪੁੱਤਰ ਰਸੂਲ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। ਬੇਸ਼ੱਕ ਇਹੀ ਸਹੀ ਹੈ ਕਿ ਹਮਜ਼ਾਦ ਦਾ ਪੁੱਤਰ ਹੋਣਾ ਕੋਈ ਘੱਟ ਮਾਣ ਵਾਲੀ ਗੱਲ ਨਹੀਂ, ਪਰ ਦਿਲ ਚਾਹੁੰਦਾ ਹੈ ਕਿ ਮੇਰੀ ਕੋਈ ਵੱਖਰੀ ਪਛਾਣ ਹੋਵੇ। ਇੱਕ ਵਾਰ ਮੈਂ ਇੱਕ ਪਹਾੜੀ ਇਲਾਕੇ 'ਚ ਗਿਆ। ਕਈ ਪਿੰਡਾਂ 'ਚ ਜਾਣ ਤੋਂ ਮਗਰੋਂ ਰਾਹ 'ਚ ਤਸੁਮਾਦਾ ਨਾਂ ਦਾ ਇੱਕ ਹੀ ਪਿੰਡ ਬਾਕੀ ਰਹਿ ਗਿਆ ਸੀ। ਮੈਂ ਦੂਰੋਂ ਵੇਖਿਆ ਕਿ ਪਿੰਡ ਦੇ ਇੱਕ ਕੋਨੇ ਵੱਲ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਜ਼ੁਰਨਾਂ ਤੇ ਗੀਤਾਂ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਸਨ। ਕਿਸੇ ਦਾ ਸਵਾਗਤ ਹੋਣ ਵਾਲਾ ਹੈ, ਪਰ ਮੇਰੇ ਸਿਵਾ ਤਾਂ ਹੋਰ ਕੋਈ ਉੱਥੇ ਆਉਣ ਵਾਲਾ ਨਹੀਂ ਸੀ। ਮੈਨੂੰ ਇਹ ਚੰਗਾ ਵੀ ਲੱਗਾ ਤੇ ਕੁਝ ਸ਼ਰਮ ਵੀ ਮਹਿਸੂਸ ਹੋਈ, ਕਿਉਂਕਿ ਮੈਂ ਤਾਂ ਜਿਵੇਂ ਅਜੇ ਇਹੋ ਜਿਹੇ ਸਵਾਗਤ ਸਤਿਕਾਰ ਦੇ ਲਾਇਕ ਨਹੀਂ ਹੋਇਆ ਸੀ। ਸਾਡੀ ਮੋਟਰ ਲੋਕਾਂ ਦੇ ਨੇੜੇ ਪਹੁੰਚੀ। ਅਸੀਂ ਮੋਟਰ ਵਿੱਚੋਂ ਬਾਹਰ ਨਿਕਲੇ। ਲੋਕਾਂ ਨੇ ਪੁੱਛਿਆ, ਬਜ਼ੁਰਗ ਹਮਜ਼ਾਦ ਕਿੱਥੇ ਨੇ? ਹਮਜ਼ਾਦ ਤਾਂ ਮਖਾਚਕਲਾ ਨੇ। ਉਹਨਾਂ ਦਾ ਤੇ ਇੱਥੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਮੈਂ ਹਮਜ਼ਾਦ ਦਾ ਪੁੱਤਰ ਰਸੂਲ ਤੁਹਾਡੇ ਕੋਲ ਆਇਆ। ਪਰ ਸਾਨੂੰ ਤਾਂ ਇਹ ਦੱਸਿਆ ਗਿਆ ਸੀ ਵੀ ਹਮਜ਼ਾਦ ਹੋਰੀ ਆਉਣਗੇ। ਲੋਕ ਆਪਣੇ ਘਰਾਂ ਨੂੰ ਜਾਣ ਲੱਗ ਪਏ। ਕੁਝ ਜਵਾਨ ਜਣੇ ਮੇਰੇ ਕੋਲ ਰਹਿ ਗਏ। ਅਸੀਂ ਗੀਤ ਗਾਉਣ ਲੱਗੇ। ਅਸੀਂ ਬਹੁਤ ਗੀਤ ਗਾਏ, ਉਹ ਗੀਤ ਜਿਨ੍ਹਾਂ ਨੂੰ ਜਨਤਾ ਨੇ ਰਚਿਆ ਸੀ, ਜਿਨ੍ਹਾਂ ਨੂੰ ਮੇਰੇ ਪਿਤਾ ਨੇ ਰਚਿਆ ਸੀ। ਇੱਥੋਂ ਤੱਕ ਕਿ ਮੇਰਾ ਰਚਿਆ ਹੋਇਆ ਇੱਕ ਗੀਤ ਵੀ। ਮੇਰਾ ਇਹ ਗੀਤ ਉਸ ਮੁੰਡੇ ਵਰਗਾ ਸੀ ਜਿਹੜਾ ਹੱਥ ਵਿੱਚ ਛੋਟਾ ਜਿਹਾ ਚਾਬੁਕ ਫੜੀ ਪੌੜੀਆਂ ਰਾਹ ਜਾਂਦੇ ਆਪਣੇ ਪਿਤਾ ਦੇ ਪਿੱਛੇ ਪੌੜੀਆਂ ਚੜ੍ਹਦਾ ਜਾਂਦਾ ਹੈ। ਸਾਡੇ ਪਹਾੜੀ ਦੂਰੇ ਜਿਉਂ-ਜਿਉਂ ਮੇਰੀ ਉਮਰ ਵੱਧਦੀ ਜਾਂਦੀ ਹੈ, ਜਿਉਂ-ਜਿਉਂ ਮੈਨੂੰ ਜੀਵਨ, ਲੋਕਾਂ ਤੇ ਦੁਨੀਆ ਦਾ ਵੱਧ ਤੋਂ ਵੱਧ ਗਿਆਨ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਮੈਂ ਤੈਨੂੰ ਹੱਥਾਂ 'ਚ ਲੈਂਦਿਆਂ ਹੋਇਆਂ ਵੱਧ ਤੋਂ ਵੱਧ ਘਬਰਾਉਂਦਾ। ਹਜ਼ਾਰਾਂ ਸਾਲਾਂ ਤੋਂ ਤੇਰੀਆਂ ਤਾਰਾਂ ਨੂੰ ਕੱਸਿਆ ਤੇ ਸੁਰ 'ਚ ਕੀਤਾ ਜਾ ਰਿਹਾ ਹੈ। ਹਜ਼ਾਰਾਂ ਗਾਇਕਾਂ ਨੇ ਤੇਰੇ ਵਿੱਚੋਂ ਅਦਭੁਤ ਧੁਨੀਆਂ ਕੱਢੀਆਂ ਹਨ। ਜਦੋਂ ਮੈਂ ਤੇਰੀਆਂ ਤਾਰਾਂ ਕੱਸਣ ਲੱਗਦਾ ਤਾਂ ਮੇਰੇ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ। ਜੇ ਇਸ ਪਲ ਤਾਰ ਟੁੱਟ ਜਾਏ ਤਾਂ ਮੈਨੂੰ ਲੱਗਦਾ ਹੈ ਮੇਰੇ ਦਿਲ ਦੇ ਟੁਕੜੇ-ਟੁਕੜੇ ਹੋ ਜਾਣਗੇ। ਤਾਰ ਤਾਂ ਬੜੀ ਆਸਾਨੀ ਨਾਲ ਟੁੱਟ ਸਕਦੀ ਹੈ। ਇਹਦਾ ਮਤਲਬ ਹੈ ਗੀਤ ਦੀ ਹੱਤਿਆ ਹੋ ਜਾਏਗੀ। ਪਰ ਚਾਹੇ ਕੁਛ ਵੀ ਕਿਉਂ ਨਾ ਹੋ ਜਾਏ, ਮੈਨੂੰ ਤੈਨੂੰ ਹੱਥਾਂ 'ਚ ਲੈਣਾ ਹੀ ਪੈਣਾ ਹੈ, ਸੁਰ 'ਚ ਕਰਨਾ ਤੇ ਆਪਣਾ ਗੀਤ ਗਾਉਣਾ ਹੀ ਪੈਣਾ ਹੈ। ਬੇਸ਼ੱਕ ਉਹ ਦਾਗਿਸਤਾਨ ਦੇ ਹੋਰਨਾਂ ਗੀਤਾਂ 'ਚ ਗੁਆਚ ਜਾਏ, ਕਿਉਂਕਿ ਮੇਰੀ ਆਵਾਜ਼ ਤਾਂ ਪੁਰਾਣੇ ਗਾਇਕਾਂ ਦੀ ਆਵਾਜ਼ ਦੀ ਬਰਾਬਰੀ ਨਹੀਂ ਕਰ ਸਕਦੀ। ਇਹ ਸਾਡੇ ਗੀਤ ਵੀ ਭਿੰਨ ਹਨ। ਭਲਾ ਮਹਿਮੂਦ ਤੋਂ ਮਗਰੋਂ ਕਦੇ ਕਿਸੇ ਨੇ ਮੁਹੱਬਤ ਨਹੀਂ ਕੀਤੀ, ਪਰ ਹੁਣ ਪ੍ਰੇਮ ਗੀਤ ਸੁਣਾਈ ਨਹੀਂ ਦਿੰਦੇ। ਮੁਹੱਬਤ ਤਾਂ ਕੀਤੀ ਗਈ ਹੈ, ਪਰ ਗੀਤਾਂ ਦੀ ਕੀ ਲੋੜ ਹੈ? ਅੱਜ ਦੀ ਮੂਈ ਜਿਹੜੀ ਪ੍ਰੇਮਿਕਾ ਨੂੰ ਗੀਤ ਸੁਣਾਉਣ ਤੇ ਭਜਾ ਲੈ ਜਾਣ ਦੀ ਲੋੜ ਨਹੀਂ ਰਹੀ, ਉਹ ਤਾਂ ਆਪੇ ਆ ਜਾਂਦੀ ਹੈ। ਭਲਾ ਸ਼ਾਮਿਲ ਤੋਂ ਬਾਅਦ ਬਹਾਦਰਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਹੁਣ ਤਾਂ ਬਹਾਦਰਾਂ ਦੇ ਸੂਰਮਤਾਈ ਵਾਲੇ ਕਾਰਨਾਮਿਆਂ ਤੇ ਸ਼ਾਨਦਾਰ ਲੜਾਈਆਂ ਦੇ ਗੀਤ ਸੁਣਾਈ ਨਹੀਂ ਦਿੰਦੇ। ਬਹਾਦਰ ਤਾਂ ਸ਼ਾਇਦ ਹੁਣ ਵੀ ਨੇ, ਪਰ ਹੁਣ ਲੜਾਈਆਂ ਦੇ ਗੀਤਾਂ ਦੀ ਕੀ ਲੋੜ ਹੈ, ਜਦੋਂ ਕਿ ਖੁਦ ਤਲਵਾਰ ਵੀ ਚੈਨ ਚਾਹੁੰਦੀ ਹੈ। ਇਹਦੇ 'ਚ ਭਲਾ ਕੀ ਫਰਕ ਪੈਂਦਾ ਕਿ ਮੇਰੀ ਆਵਾਜ਼ ਦਾਗਿਸਤਾਨ ਦੀਆਂ ਦੂਸਰੀਆਂ ਆਵਾਜ਼ਾਂ 'ਚ ਗੁਆਚ ਜਾਏਗੀ। ਦੂਸਰੇ ਗਾਇਕ ਆਉਣਗੇ ਜਿਹੜੇ ਉਹ ਗਾ ਦੇਣਗੇ ਜਿਹਨੂੰ ਮੈਂ ਨਹੀਂ ਗਾ ਸਕਿਆ। ਬੁਢਾਪਾ ਆਦਮੀ ਨੂੰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਤੋਂ ਵਾਂਝਿਆ ਕਰ ਦਿੰਦਾ ਹੈ। ਉਹ ਇਨਸਾਨ ਦੀ ਤਾਕਤ, ਅੱਖਾਂ ਦੀ ਤੇਜ਼ ਰੌਸ਼ਨੀ, ਚੰਗੀ ਤਰ੍ਹਾਂ ਸੁਣਨ ਦੀ ਸਮਰੱਥਾ ਖੋਹ ਲੈਂਦਾ ਹੈ। ਉਹਦੇ ਸਾਹਮਣੇ ਕੁਸਮੁਸੇ ਦਾ ਪਰਦਾ ਸੁੱਟ ਕੇ ਦੁਨੀਆ ਤੋਂ ਅਲੱਗਾ ਕਰ ਦਿੰਦਾ ਹੈ। ਕਦੇ-ਕਦੇ ਤਾਂ ਉਹਦਾ ਹੱਥ ਸ਼ਰਾਬ ਦੇ ਜਾਮ ਤੱਕ ਨੂੰ ਵੀ ਨਹੀਂ ਸੰਭਾਲ ਸਕਦਾ। ਪਰ ਮੈਂ ਬੁਢਾਪੇ ਤੋਂ ਨਹੀਂ ਡਰਦਾ, ਕਿਉਂਕਿ ਮੇਰਾ ਸਭ ਕੁਝ ਖੋ ਕੇ ਵੀ ਮੇਰਾ ਗੀਤ ਮੈਥੋਂ ਨਹੀਂ ਖੋ ਸਕੇਗਾ। ਉਹ ਮੇਰੇ ਕੋਲੋਂ ਮੇਰਾ ਮਹਿਮੂਦ, ਬਾਤੀ ਰਾਏ, ਪੁਸ਼ਕਿਨ, ਹਾਨੀਏ, ਬਲੋਕ, ਸਭ ਮਹਾਨ ਗਾਇਕਾਂ ਨੂੰ, ਜਿਨ੍ਹਾਂ 'ਚ ਦਾਗਿਸਤਾਨ ਜਿਹਾ ਗਾਇਕ ਵੀ ਸ਼ਾਮਲ ਹੈ, ਕਦੇ ਨਹੀਂ ਖੋ ਸਕੇਗਾ।
ਜਦੋਂ ਤੱਕ ਦਾਗਿਸਤਾਨ ਹੈ ਉਦੋਂ ਤੱਕ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਹ ਕਾਇਮ ਰਹੇਗਾ ਤਾਂ ਸਾਡਾ ਵਾਲ ਵੀ ਬਾਂਕਾ ਨਹੀਂ ਹੋਏਗਾ, ਅਸੀਂ ਵੀ ਕਾਇਮ ਰਹਾਂਗੇ। ਇੱਕ ਪਹਾੜੀ ਪਿੰਡ 'ਚ ਬੱਚਿਆਂ ਦੀ ਖੇਡ ਹੈ ਜਿਹਨੂੰ ਕੁਝ ਇਹੋ ਜਿਹਾ ਨਾਮ ਦਿੱਤਾ ਜਾ ਸਕਦਾ ਹੈ, ਜਿਹੜਾ ਲੱਭਦਾ ਹੈ ਉਹਨੂੰ ਮਿਲਦਾ ਹੈ, ਜਿਹਨੂੰ ਮਿਲਦਾ ਹੈ ਉਹ ਉਸੇ ਦਾ ਹੋ ਜਾਂਦਾ ਹੈ। ਇੱਕ ਵਾਰ ਮੈਂ ਇਸ ਖੇਡ 'ਚ ਹਿੱਸਾ ਲਿਆ ਸੀ। ਇੱਕ ਮੁੰਡੇ ਨੂੰ ਦੂਜੇ ਕਮਰੇ 'ਚ ਭੇਜ ਦਿੱਤਾ ਜਾਂਦਾ ਹੈ ਤਾਂ ਕਿ ਉਹ ਇਹ ਨਾ ਵੇਖ ਸਕੇ ਕਿ ਲੜਕੀਆਂ ਵਿੱਚੋਂ ਕੋਈ ਇੱਕ ਕਿੱਥੇ ਲੁਕੀ ਹੋਈ ਹੈ। ਇੰਨਾ ਹੀ ਨਹੀਂ, ਮੁੰਡੇ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਕੁਝ ਦੇਰ ਬਾਅਦ ਇਹ ਮੁੰਡਾ ਉਸੇ ਕਮਰੇ 'ਚ ਜਾ ਕੇ ਜਿੱਥੇ ਕੁੜੀ ਲੁਕੀ ਹੋਈ ਹੁੰਦੀ ਹੈ ਉਹਨੂੰ ਢੂੰਡਣ ਲੱਗ ਪੈਂਦਾ ਹੈ। ਸਾਰੇ ਕੁੜੀਆਂ ਮੁੰਡੇ ਮਿਲ ਕੇ ਆਈ ਦਾਈ ਦਾਲਾ ਲਾਈ ਗਾਉਂਦੇ ਹਨ। ਮੁੰਡਾ ਜਦੋਂ ਗਲਤ ਥਾਂ ਢੂੰਡਦਾ ਹੈ ਤਾਂ ਗਾਉਣ ਵਾਲੇ ਧੀਮੀ ਤੇ ਕਰੁਣਾਮਈ ਆਵਾਜ਼ 'ਚ ਗਾਉਂਦੇ ਹਨ। ਜਦੋਂ ਠੀਕ ਪਾਸੇ ਵੱਲ ਜਾਂਦਾ ਹੈ ਬੜੇ ਉਤਸ਼ਾਹ ਤੇ ਖੁਸ਼ੀ ਭਰੀ ਆਵਾਜ਼ 'ਚ ਗਾਉਣ ਲੱਗ ਪੈਂਦੇ ਹਨ। ਜਦੋਂ ਕੁੜੀ ਨੂੰ ਲੱਭ ਲੈਂਦਾ ਤਾਂ ਸਾਰੇ ਤਾੜੀਆਂ ਵਜਾਉਂਦੇ ਹਨ ਤੇ ਉਹਨਾਂ ਦੋਹਾਂ ਨੂੰ ਨੱਚਣ ਲਈ ਮਜਬੂਰ ਕਰਦੇ ਹਨ। ਇਸ ਤਰ੍ਹਾਂ ਗਾਣਾ ਉਸ ਮੁੰਡੇ ਨੂੰ ਜਿਹਦੀਆਂ ਅੱਖਾਂ ਉੱਤੇ ਪੱਟੀ ਵੱਜੀ ਹੁੰਦੀ ਹੈ ਸਹੀ ਰਾਹ ਵਿਖਾਉਂਦਾ ਹੈ ਤੇ ਉਹਨੂੰ ਮਨ ਚਾਹੇ ਨਿਸ਼ਾਨੇ ਤੇ ਪਹੁੰਚਾਉਂਦਾ ਹੈ। ਗੀਤਾਂ ਵਾਲੇ ਘਰ, ਗੀਤਾਂ ਵਾਲੇ ਦਾਗਿਸਤਾਨ, ਗੀਤਾਂ ਵਾਲੇ ਰੂਸ ਤੇ ਗੀਤਾਂ ਵਾਲੀ ਦੁਨੀਆ 'ਚ ਮੇਰਾ ਜਨਮ ਹੋਇਆ ਹੈ। ਮੈਂ ਗੀਤ ਦੀ ਸ਼ਕਤੀ, ਗੀਤ ਦਾ ਮਹੱਤਵ ਜਾਣਦਾ। ਜੇ ਦਾਗਿਸਤਾਨ ਕੋਲ ਗੀਤ ਨਾ ਹੁੰਦੇ ਤਾਂ ਕੋਈ ਵੀ ਉਹਨੂੰ ਇਸ ਤਰ੍ਹਾਂ ਨਾ ਜਾਣਦਾ ਜਿਵੇਂ ਅੱਜ ਸਾਰੇ ਲੋਕ ਜਾਣਦੇ ਹਨ। ਉਸ ਹਾਲਤ ਵਿੱਚ ਦਾਗਿਸਤਾਨ ਭਟਕੇ ਹੋਏ ਪਹਾੜੀ ਬੱਕਰੇ ਜਿਹਾ ਹੁੰਦਾ, ਪਰ ਸਾਡਾ ਗੀਤ ਸਾਨੂੰ ਖੜੀਆਂ ਪਹਾੜੀ ਪਗਡੰਡੀਆਂ ਤੋਂ ਵਿਰਾਟ ਸੰਸਾਰ 'ਚ ਲੈ ਗਿਆ। ਉਹਨੇ ਸਾਨੂੰ ਦੋਸਤ ਦਿੱਤੇ। ਤੂੰ ਗਾਣਾ ਗਾ ਦੇ ਤੇ ਮੈਂ ਤੈਨੂੰ ਦੱਸ ਦਿਆਂਗਾ ਤੂੰ ਕਿਹੋ ਜਿਹਾ ਬੰਦਾ ਏ। ਅਬੂ ਤਾਲਿਬ ਆਖਦਾ ਹੁੰਦਾ ਸੀ। ਦਾਗਿਸਤਾਨ ਨੇ ਆਪਣਾ ਗੀਤ ਗਾਇਆ ਤੇ ਦੁਨੀਆ ਉਹਨੂੰ ਸਮਝ ਗਈ। ਧੰਨਵਾਦ।